ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸਲੋਗਮ ਇਹਦੇ ਬਾਰੇ ਜਾਣਕਾਰੀ ਦੱਸੂ ਤੁਹਾਨੂੰ ਮੈਂ। ਸਲੋਗਮ ਇਹਦੇ ਬਾਰੇ ਨਾ ਪੇਪਰ ਦੇ ਵਿੱਚ ਬਹੁਤ ਪ੍ਰਸ਼ਨ ਹੁੰਦੇ ਨੇ, ਰੀਜ਼ਨਿੰਗ ਦੇ ਵਿੱਚ ਖਾਸ ਕਰਕੇ। ਇਹ ਰੀਜ਼ਨਿੰਗ ਦਾ ਟੌਪਿਕ ਹੈ, ਬਹੁਤ ਬੱਚੇ ਡਿਮਾਂਡ ਆ ਰਹੀ ਸੀ ਕਰਵਾਉਣ ਦੀ। ਇਸ ਤੋਂ ਬਾਅਦ ਆਪਣਾ ਰਹਿ ਜੂਗਾ ਇੱਕ ਲਾਈਨ ਗ੍ਰਾਫ ਵੀ ਤੁਹਾਨੂੰ ਮੈਂ ਕਰਵਾ ਦੂੰਗਾ, ਠੀਕ ਹੈ। ਅਤੇ ਰੀਜ਼ਨਿੰਗ ਦਾ ਭਾਈ ਜਿਹੜੇ ਬੱਚਿਆਂ ਦੇ ਪੇਪਰ ਆ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ। ਪੰਜਾਬ ਪੁਲਿਸ ਸਿਪਾਹੀਆਂ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ 3 ਤੋਂ 4 ਪ੍ਰਸ਼ਨ ਤੁਹਾਨੂੰ ਇਹਦੇ ਵਿੱਚੋਂ ਹੀ ਮਿਲ ਸਕਦੇ ਇਹਦੇ 'ਚੋਂ, ਠੀਕ ਹੈ। ਅਤੇ ਦੂਸਰੀ ਗੱਲ, ਕੱਲ੍ਹ ਨੂੰ ਇਸੇ ਇਕਾਈ ਦਾ ਮੈਂ ਟੈਸਟ ਲੈਣਾ ਗਾ, ਠੀਕ ਹੈ। ਇਸੇ ਇਕਾਈ ਦਾ ਕੱਲ੍ਹ ਨੂੰ ਮੈਂ ਟੈਸਟ ਲੈਣਾ ਗਾ। ਸਾਰੇ ਬੱਚਿਆਂ ਨੇ ਤਿਆਰੀ ਕਰ ਲਓ ਅੱਜ ਢੰਗ ਨਾਲ ਆਪਦੀ, ਠੀਕ ਹੈ ਪੁੱਤਰੋ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਹੁਣ ਆਪਣੀ ਵੀਡੀਓ ਸ਼ੁਰੂ ਹੋਣ ਲੱਗੀ, ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁੱਤਰੋ। ਥੱਲੇ ਇੱਕ ਰੈੱਡ ਜਿਹੇ ਕਲਰ ਦਾ ਬਟਨ ਹੁੰਦਾ ਗਾ, ਉੱਥੇ ਲਿਖਿਆ ਹੁੰਦਾ ਸਬਸਕ੍ਰਾਈਬ ਚੈਨਲ ਦੇ ਕੋਲ, ਉਹਨੂੰ ਓਕੇ ਕਰ ਦਿਓ। ਤੁਹਾਡੇ ਕੋਲ ਕੋਈ ਵੀ ਵੀਡੀਓ ਹੋਇਆ ਕਰੂਗੀ ਪਹਿਲੇ ਨੰਬਰ 'ਤੇ ਆ ਜਾ ਕਰੂਗੀ। ਦੇਖੋ ਇਹ 'ਚ ਦੋ ਚੀਜ਼ਾਂ ਆਉਂਦੀਆਂ, ਇੱਕ ਤਾਂ ਮਿਲਦੀ ਹੁੰਦੀ ਆਪਣੀ ਸਟੇਟਮੈਂਟ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਮਿਲਦੀ ਹੈ ਸਟੇਟਮੈਂਟ। ਜਿਹੜੀ ਵੀ ਆਪਾਂ ਨੂੰ ਐਗਜ਼ਾਮੀਨਰ ਪੇਪਰ ਦੇ ਵਿੱਚ ਸਟੇਟਮੈਂਟ ਦੇਊਗਾ, ਉਹ ਸਟੇਟਮੈਂਟ ਕੀ ਹੋਊਗੀ, ਉਹ 100% ਸੱਚ ਹੋਊਗਾ। ਜੇ ਐਗਜ਼ਾਮੀਨਰ ਨੇ ਆਪਾਂ ਨੂੰ ਕਹਿਤਾ ਭਾਈ ਅਸਮਾਨ ਹੈ ਜਿਹੜਾ ਉਹ ਲਾਲ ਹੈਗਾ, ਤਾਂ ਆਪਾਂ ਨੂੰ ਲਾਲ ਹੀ ਮੰਨਣਾ ਪਊਗਾ। ਕਿਤੇ ਇਹ ਨਾ ਕਹਿ ਦਿਓ ਕਿ ਇਸ ਤਰ੍ਹਾਂ ਮੰਨਦੇ ਨਹੀਂ ਭਾਈ ਲਾਲ ਹੈ ਨਹੀਂ, ਠੀਕ ਹੈ। ਇਸ ਸਵਾਲਾਂ ਦੇ ਵਿੱਚ ਇਹੀ ਗੱਲ ਹੁੰਦੀ ਹੈ ਪੁੱਤਰੋ, ਜਿਹੜੀ ਚੀਜ਼ ਐਗਜ਼ਾਮੀਨਰ ਨੇ ਆਪਾਂ ਨੂੰ ਦੇ ਦਿੱਤੀ ਤਾਂ ਉਹ ਚੀਜ਼ ਆਪਾਂ ਨੂੰ ਮੰਨਣੀ ਹੀ ਪਊਗੀ, ਭਾਵੇਂ ਉਹ ਝੂਠ ਹੈ ਚਾਹੇ ਸੱਚ ਹੈ। ਜੇ ਉਹਨੇ ਕਹਿਤਾ ਨਾ ਕਿ ਸੱਚ 100 ਝੂਠ ਦੇ ਬਰਾਬਰ ਇੱਕ ਸੱਚ ਹੁੰਦਾ ਹੈ, ਜਾਂ 100 ਸੱਚ ਦੇ ਜੇ ਉਹਨੇ ਲਿਖਤਾ, ਦੇਖੋ ਆਪਾਂ ਆਮ ਤੌਰ 'ਤੇ ਕਹਿੰਦੇ ਕਿ 100 ਝੂਠ ਦੇ ਬਰਾਬਰ ਇੱਕ ਸੱਚ ਹੁੰਦਾ। ਜੇ ਉਹਨੇ ਲਿਖਤਾ ਕਿ 100 ਸੱਚ ਦੇ ਬਰਾਬਰ ਇੱਕ ਝੂਠ ਹੁੰਦਾ, ਤਾਂ ਇਹ ਗੱਲ ਵੀ ਆਪਾਂ ਨੂੰ ਸਹੀ ਮੰਨਣੀ ਪਊਗੀ। ਜੇ ਉਹਨੇ ਕਹਿਤਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ, ਅਸਲ ਦੇ ਵਿੱਚ ਗੱਲ ਇਹ ਨਾ, ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜੇ ਉਹਨੇ ਸਟੇਟਮੈਂਟ ਦੇ ਵਿੱਚ ਲਿਖਤਾ ਕਿ ਸੱਚਾਈ ਦੀ ਹਮੇਸ਼ਾ ਹਾਰ ਹੁੰਦੀ ਹੈ, ਤਾਂ ਆਪਾਂ ਨੂੰ ਇਹ ਗੱਲ ਵੀ ਉਹਦੀ ਮੰਨਣੀ ਪਊਗੀ, ਭਾਈ ਹਾਰ ਹੁੰਦੀ ਹੈ ਤਾਂ ਹੁੰਦੀ ਆ, ਜਿੱਤਣਾ ਨਹੀਂ ਉੱਥੇ ਕਿਸੇ ਨਾਲ ਵੀ। ਆਪਾਂ ਇੱਕ ਕੀ ਰੋਲ ਅਦਾ ਕਰਦੇ ਹਾਂ ਇਕਾਈ ਦੇ ਵਿੱਚ, ਇਹ ਇਕਾਈ ਦੇ ਵਿੱਚ ਇੱਕ ਰੋਲ ਅਦਾ ਕਰਦੇ ਆਪਾਂ ਜੱਜ ਦਾ। ਇੱਕ ਤਰ੍ਹਾਂ ਨਾਲ ਆਪਾਂ ਜੱਜ ਦਾ ਰੋਲ ਕਰਦੇ ਹਾਂ, ਆਪਾਂ ਸਿਰਫ ਫੈਸਲਾ ਸੁਣਾਉਣਾ ਉਹਦੇ 'ਚ, ਠੀਕ ਹੈ। ਦੇਖੋ ਇਸ ਤੋਂ ਬਾਅਦ ਸਟੇਟਮੈਂਟ ਆਪਾਂ ਨੂੰ ਦੇਣਗੇ ਉਹ, ਠੀਕ ਹੈ। ਵਕੀਲ ਆ ਕੇ ਕਹੂਗਾ ਭਾਈ ਆਹ ਤੁਹਾਡੀ ਸਟੇਟਮੈਂਟ ਹੈ ਜੀ, ਆਹ ਰੌਲਾ ਗਾ, ਤੁਸੀਂ ਰਿਜ਼ਲਟ ਕੱਢਣਾ, ਆਹ ਪਿਆ ਥੱਲੇ ਸਬੂਤ। ਬਸ ਆਹ ਚੀਜ਼ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ। ਦੇਖੋ ਜਿਵੇਂ ਇਹਦੇ 'ਚ ਆਪਾਂ ਨੂੰ ਲਿਖਤਾ ਉਹਨਾਂ ਨੇ, ਦੇਖੋ ਇਸ ਤਰ੍ਹਾਂ ਲਿਖਦੇ ਹੁੰਦੇ ਕਨਕਲੂਜਨ। ਇਹ ਜ਼ਿਆਦਾਤਰ ਤੁਸੀਂ ਇੰਗਲਿਸ਼ 'ਚ ਕਰਨ ਦੀ ਕੋਸ਼ਿਸ਼ ਕਰੋ, ਪੰਜਾਬੀ ਦੇ ਚੱਕਰਾਂ 'ਚ ਨਾ ਪਿਓ। ਇਹ ਇਕਾਈ ਦੇ ਵਿੱਚ ਪੰਜਾਬੀ ਦੇ ਚੱਕਰਾਂ 'ਚ ਬਿਲਕੁਲ ਨਹੀਂ ਪੈਣਾ। ਜਿਹੜੇ ਬੱਚੇ ਕਹਿੰਦੇ ਕਿ ਹਾਏ ਮਾਰ ਤੇ ਪੰਜਾਬੀ ਨਹੀਂ ਆਉਂਦੀ, ਬੱਚੋ ਇਹ ਇੱਕ ਇਹੋ ਜਿਹੀ ਇਕਾਈ ਹੈ, ਤੁਹਾਨੂੰ ਪਤਾ ਹੀ ਹੈ। ਮੈਂ ਤੁਹਾਨੂੰ ਜਮਾਂ ਸੌਖੇ ਤਰੀਕੇ ਨਾਲ ਕਰਵਾਉਣਾ ਹੁੰਦਾ, ਤੁਹਾਨੂੰ ਪਤਾ ਹੈ। ਇਕੱਲੀ ਇਹ ਇੱਕ ਜਿਹੀ ਇਕਾਈ ਹੈ, ਜੇ ਤੁਸੀਂ ਇੰਗਲਿਸ਼ 'ਚ ਕਰੋਗੇ ਤੁਹਾਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਹੈਗਾ। ਜੇ ਪੰਜਾਬੀ 'ਚ ਕਰਾਂਗੇ ਤੁਹਾਨੂੰ ਇੱਕ ਨੰਬਰ ਵੀ ਨਹੀਂ ਆਉਣਾ ਇਕਾਈ 'ਚੋਂ, ਠੀਕ ਹੈ। ਤਾਂ ਕਰਕੇ ਇਹ ਸਿਰਫ ਇਹ ਇਕਾਈ ਇੰਗਲਿਸ਼ 'ਚ ਕਰਨੀ ਹੈ। ਕੋਈ ਇੰਗਲਿਸ਼ 'ਚ ਕੋਈ ਬਾਹਲੀ ਵੱਡੀ ਚੀਜ਼ ਨਹੀਂ ਹੈਗੀ, ਸਿਰਫ ਦੇਖਣੀ ਹੈ ਤੁਸੀਂ ਇੰਗਲਿਸ਼ 'ਚ। ਦੇਖੋ ਜਿਵੇਂ ਕਿ ਹੈ ਆਲ ARB, ਜਿਹੜੇ ਸਾਰੇ ਇੱਥੇ ਇਹ ਲਿਖਣਾ ਸੀ, ਜਿਹੜੇ ਸਾਰੇ ਏ ਹੈ, ਸਾਰੇ ਜਿਹੜੇ ਏ ਹੈਗੇ ਉਹ ਸਾਰੇ ਕੀ ਹੈਗੇ, B ਹੈ। ਜਦੋਂ ਆਪਾਂ ਨੂੰ ਇਹ ਚੀਜ਼ ਆ ਜਾਊਗੀ, ਜਿਹੜੇ ਆਲ ਦੇ ਨਾਲ ਕੋਈ ਵੀ ਚੀਜ਼ ਲਿਖੀ ਵੀ ਹੋਊਗੀ, ਜਿੱਥੇ ਆਲ ਲਿਖਿਆ ਆ ਗਿਆ ਉਹਦੇ ਨਾਲ ਕੋਈ ਵੀ ਚੀਜ਼ ਲਿਖੀ ਹੋਊਗੀ, ਉਹ ਤਾਂ ਹੋਊਗੀ ਵਿੱਚ, ਜਿਹੜੀ ਨਾਲ ਲਿਖੀ ਆਊਗੀ ਉਹ ਆਊਗੀ ਉੱਪਰ। ਇਹ ਕਹਿਣਾ ਚਾਹੁੰਦੇ ਕਿ ਜਿਹੜੇ ਸਾਰੇ ਭਾਈ ਏ ਹੈਗੇ ਉਹ B ਹੈ, ਠੀਕ ਹੈ। ਸਾਰੇ ਏ ਹੈ ਜਿਹੜੇ ਉਹ B ਹੈ, ਇਹ ਗੱਲ ਕਹਿਣਾ ਚਾਹੁੰਦੇ ਹੈ, ਓਕੇ। ਇਸ ਤੋਂ ਬਾਅਦ ਜੇ ਉਹ ਕਹਿਣਗੇ ਸਮ BRC, ਇਹ ਤੁਹਾਨੂੰ ਅੱਗੇ ਜਾ ਕੇ ਕਰਾਉਣਾ। ਦੇਖੋ ਅੱਗੇ ਜਾਣ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਦੇਖ ਲਓ ਤੁਸੀਂ, ਇਹ ਤੁਹਾਨੂੰ ਬਾਅਦ 'ਚ ਦੱਸਦਾ ਮੈਂ। ਇਸ ਵਿੱਚ ਸਟੇਟਮੈਂਟ ਐਂਡ ਕਨਕਲੂਜਨ ਦੇ ਨਾਲ ਹੀ ਸਾਰੇ ਸਵਾਲ ਹੱਲ ਕੀਤੇ ਜਾਂਦੇ ਹਨ, ਠੀਕ ਹੈ। ਇਹਨਾਂ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸਾ ਪੋਜ਼ੀਟਿਵ ਵਿੱਚ, ਜਿਸ ਵਿੱਚ ਆਲ ਅਤੇ ਦੂਜਾ ਹਿੱਸਾ ਜਿਹੜਾ ਇੱਕ ਹਿੱਸੇ ਵਿੱਚ ਪੋਜ਼ੀਟਿਵ ਆਉਂਦਾ। ਪੋਜ਼ੀਟਿਵ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਹੁੰਦੀਆਂ, ਆਲ ਅਤੇ ਸਮ। ਪੋਜ਼ੀਟਿਵ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਹੁੰਦੀਆਂ, ਆਲ ਅਤੇ ਸਮ। ਇਸ ਤੋਂ ਬਾਅਦ ਦੂਸਰਾ ਹਿੱਸਾ ਹੁੰਦਾ ਨੈਗੇਟਿਵ। ਨੈਗੇਟਿਵ ਹਿੱਸੇ ਦੇ ਵਿੱਚ ਇਹਦੇ 'ਚ ਕੀ ਹੁੰਦਾ, ਨੋ ਐਂਡ ਸਮ ਨੋਟ। ਤੁਸੀਂ ਇੱਕ ਵਾਰ ਦੇਖਦੇ ਜਾਓ ਬਸ। ਇਸ ਤੋਂ ਬਾਅਦ ਅੱਗੇ ਸਟੇਟਮੈਂਟ ਜੋ ਦਿੱਤੀ ਜਾਂਦੀ ਹੈ ਉਸ ਦਾ ਫੈਸਲਾ ਤੁਸੀਂ ਜੱਜ ਦੇ ਹਿਸਾਬ 'ਤੇ ਕਰਨਾ ਹੈ। ਕਨਕਲੂਜਨ ਤੁਹਾਡੇ ਅੱਗੇ ਇੱਕ ਪ੍ਰੂਫ ਦੀ ਤਰ੍ਹਾਂ ਹੈ। ਇਸ ਵਿੱਚ ਕਈ ਕਿਸਮਾਂ ਹੁੰਦੀਆਂ ਹਨ। ਦੇਖੋ ਹੁਣ ਜੇ ਸਭ ਤੋਂ ਪਹਿਲਾਂ ਆ ਗਿਆ ਆਲ ARB, ਕਹਿੰਦਾ ਜਿਹੜੇ ਸਾਰੇ ਏ ਹੈਗੇ, ਜਿਹੜੇ ਸਾਰੇ ਏ ਹੈਗੇ ਉਹ ਸਾਰੇ ਕੀ ਹੈ, B ਦੇ ਵਿੱਚ ਹੈ, ਠੀਕ ਹੈ। ਇਹ ਗੱਲ ਆਲ ਦੇ ਨਾਲ ਜਦੋਂ ਏ ਲੱਗ ਗਿਆ ਉਹ ਵਿੱਚ ਆਊਗੀ, B ਦੇ ਵਿੱਚ ਆਉਣਗੀਆਂ ਉਹ ਚੀਜ਼ਾਂ। ਦੇਖੋ ਜਿਵੇਂ ਡਾਇਗਰਾਮ ਹੈ ਲਿਖਿਆ ਹੋਇਆ ਨਾ, ਆਲ ARB, ਕਹਿੰਦਾ ਮਤਲਬ ਜਿਹੜਾ ਸਾਰੀ ਏ ਹੈ ਉਹ B ਹੈ। ਜਿੱਥੇ ਕਿਤੇ ਵੀ ਤੁਹਾਨੂੰ ਇਹ ਆਲ ਦੇ ਨਾਲ ਕੋਈ ਸ਼ਬਦ ਲਿਖਿਆ ਆ ਗਿਆ ਉਹ ਆਪਾਂ ਵਿੱਚ ਰੱਖਣਾ ਗਾ, ਜਿਹੜਾ ਨਾਲ ਲਿਖਿਆ ਹੋਇਆ ਉਹ ਆਪਾਂ ਉੱਪਰ ਰੱਖਣਾ ਗਾ। ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ।
ਸਮ ARB, ਸਮ ਦਾ ਮਤਲਬ ਹੁੰਦਾ ਥੋੜਾ, ਸਮ ਦਾ ਮਤਲਬ ਹੁੰਦਾ ਥੋੜਾ। ਸਮ ਦੇਖੋ ਬਣ ਗਿਆ ਨਾ। ਜਿਹੜਾ ਆ ਹਿੱਸਾ ਪੁੱਤਰੋ, ਇਹ ਕਹਿੰਦੇ ਕਿ ਜਿਹੜਾ ਸਮ ਦਾ A ਦਾ ਜਿਹੜਾ ਸਮ ਹਿੱਸਾ ਉਹ B ਹੈ। A ਦਾ ਜਿਹੜਾ ਥੋੜ੍ਹਾ ਜਿਹਾ ਹਿੱਸਾ ਹੈਗਾ ਉਹ B ਹੈਗਾ। ਆ ਇੰਨਾ ਇੰਨਾ ਹਿੱਸਾ, ਠੀਕ ਹੈ। ਡਾਇਗਰਾਮ ਇਹ ਦੱਸਦੀ ਹੈ ਕਿ ਭਾਈ ਜਿਹੜਾ A ਹੈ ਉਹਦਾ ਥੋੜ੍ਹਾ ਹਿੱਸਾ ਕੀ ਹੈਗਾ, B ਹੈ, ਆ ਹਿੱਸਾ, ਠੀਕ ਹੈ। ਦੇਖਦੇ ਚਲੋ। ਇਸ ਤੋਂ ਬਾਅਦ ਸਮ AR�not B, A ਦਾ ਕਹਿੰਦੇ ਥੋੜ੍ਹਾ ਜਿਹਾ ਵੀ ਹਿੱਸਾ B ਨਹੀਂ ਹੈਗਾ, ਠੀਕ ਹੈ। ਬਸ ਇਹ ਕਹਿਣਾ ਚਾਹੁੰਦੇ, ਬਸ ਇੱਕ ਵਾਰ ਦੇਖਦੇ ਜਾਓ, ਇਹ ਤੋਂ ਬਾਅਦ ਅੱਗੇ ਜਾ ਕੇ ਕਰਦੇ ਹਾਂ। ਇਸ ਤੋਂ ਬਾਅਦ ਨੋਟ A is B, ਕੋਈ ਵੀ A ਹੈ ਜਿਹੜਾ ਉਹ B ਨਹੀਂ ਹੈਗਾ। ਕਹਿੰਦਾ ਮੈਂ ਸਿੱਧੇ ਤੌਰ 'ਤੇ ਇਹਨਾਂ ਸੰਬੰਧ ਸਮਾਪਤ ਕਰ ਲਿਆ ਕਿ ਕੋਈ ਵੀ A ਹੈ ਜਿਹੜਾ ਉਹ B ਨਹੀਂ ਹੈਗਾ। ਚਾਰ ਚੀਜ਼ਾਂ ਦਿਮਾਗ 'ਚ ਬਿਠਾ ਲਈਆਂ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਇਸ ਤੋਂ ਬਾਅਦ ਦੇਖੋ, ਇਹ ਲਿਖਦੇ ਜਾਣਾ, ਲਿਖ ਕੇ ਨੋਟਸ ਤਿਆਰ ਕਰੋ ਬਈ। ਇਹਦੇ ਇਕੱਲੇ ਦੇ ਕਹਿਣਾ ਵੀ ਤੁਹਾਨੂੰ ਲਿਖ ਕੇ ਨੋਟਸ ਤਿਆਰ ਕਰਨੇ ਪੈਣਗੇ। ਜਦੋਂ ਅਸੀਂ ਆਲ ਤੋਂ ਸਮ ਵੱਲ ਜਾਣਾ, ਜਦੋਂ ਆਪਾਂ ਆਲ ਤੋਂ ਸਮ ਵੱਲ ਜਾ ਸਕਦੇ ਹਾਂ, ਪਰ ਸਮ ਤੋਂ ਆਲ ਵੱਲ ਨਹੀਂ ਜਾ ਸਕਦੇ। ਇਹ ਅੱਗੇ ਜਾ ਕੇ ਸਮਝਾਊਗਾ ਕਿਉਂ ਨਹੀਂ ਜਾ ਸਕਦੇ। ਆਲ ਤੋਂ ਆਪਾਂ ਸਮ ਵੱਲ ਤਾਂ ਜਾ ਸਕਦੇ ਹਾਂ, ਪਰ ਸਮ ਤੋਂ ਆਪਾਂ ਆਲ ਵੱਲ ਨਹੀਂ ਜਾ ਸਕਦੇ। ਓਕੇ, ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ, ਨੋ ਤੋਂ ਸਮ ਨੋਟ ਦੀ ਤਰਫ ਤਾਂ ਜਾ ਸਕਦੇ ਆ, ਪਰ ਸਮ ਨੋਟ ਤੋਂ ਨੋ ਦੀ ਤਰਫ ਨਹੀਂ ਜਾ ਸਕਦੇ, ਠੀਕ ਹੈ। ਪਹਿਲਾਂ ਆਪਾਂ ਕੀ ਪੜ੍ਹ ਕੇ ਗਏ ਆ, ਆਲ ਤੋਂ ਸਮ ਦੀ ਤਰਫ ਜਾ ਸਕਦੇ ਆ, ਸਮ ਤੋਂ ਆਲ ਦੀ ਤਰਫ ਨਹੀਂ ਜਾ ਸਕਦੇ। ਦੂਜੇ ਵਿੱਚ ਨੋ ਤੋਂ ਸਮ ਨੋਟ ਵੱਲ ਜਾ ਸਕਦੇ ਆ, ਪਰ ਸਮ ਨੋਟ ਤੋਂ ਨੋ ਵੱਲ ਨਹੀਂ ਜਾ ਸਕਦੇ। ਇਸ ਤੋਂ ਬਾਅਦ ਜੇਕਰ ਕੋਈ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਕੰਕਲੂਜਨ ਨੈਗੇਟਿਵ ਹੈ, ਤਾਂ ਜੇਕਰ ਸਟੇਟਮੈਂਟ ਪੋਜ਼ਿਟਿਵ ਹੈ ਤਾਂ ਕੰਕਲੂਜਨ ਵੀ ਪੋਜ਼ਿਟਿਵ ਹੈ, ਠੀਕ ਹੈ। ਤਾਂ ਜੇਕਰ ਸਟੇਟਮੈਂਟ ਨੈਗੇਟਿਵ ਕੰਕਲੂਜਨ ਵੀ ਨੈਗੇਟਿਵ ਹੋਵੇ। ਹਾਂ, ਜੇਕਰ ਕਹਿੰਦੇ ਸਟੇਟਮੈਂਟ ਵੀ ਪੋਜ਼ਿਟਿਵ ਹੈ ਤਾਂ ਕੰਕਲੂਜਨ ਵੀ ਪੋਜ਼ਿਟਿਵ ਹੈ। ਜੇਕਰ ਸਟੇਟਮੈਂਟ ਵੀ ਨੈਗੇਟਿਵ ਹੈ, ਕੰਕਲੂਜਨ ਵੀ ਨੈਗੇਟਿਵ ਹੈ, ਤਾਂ ਆਨਸਰ ਨੈਗੇਟਿਵ ਦੇ ਵਿੱਚ ਹੀ ਆਊਗਾ ਫਿਰ ਵੀ। ਜੇਕਰ ਪੋਜ਼ਿਟਿਵ ਕੰਕਲੂਜਨ ਨੈਗੇਟਿਵ ਹੈ, ਉੱਤਰ ਨਹੀਂ ਆਏਗਾ। ਜੇਕਰ ਇੱਕ ਤਾਂ ਦੇਖੋ ਇਹ ਤੁਹਾਨੂੰ ਕੀ ਦੱਸ ਕੇ ਕਹਿੰਦੇ, ਜੇ ਕੰਕਲੂਜਨ ਵੀ ਸਟੇਟਮੈਂਟ ਵੀ ਪੋਜ਼ਿਟਿਵ ਹੈ ਅਤੇ ਕੰਕਲੂਜਨ ਵੀ ਪੋਜ਼ਿਟਿਵ ਹੈ, ਫਿਰ ਤਾਂ ਆਨਸਰ ਪੋਜ਼ਿਟਿਵ ਦੇ ਵਿੱਚ ਹੀ ਆਵੇਗਾ ਆਪਣਾ। ਜੇ ਸਟੇਟਮੈਂਟ ਨੈਗੇਟਿਵ ਹੈ ਅਤੇ ਕੰਕਲੂਜਨ ਵੀ ਨੈਗੇਟਿਵ ਹੈ, ਤਾਂ ਆਨਸਰ ਨੈਗੇਟਿਵ ਦੇ ਵਿੱਚ ਆਊਗਾ। ਕਹਿੰਦੇ ਜੇਕਰ ਸਟੇਟਮੈਂਟ ਤਾਂ ਪੋਜ਼ਿਟਿਵ ਦਿੱਤੀ ਹੋਈ ਹੈ, ਜਿਵੇਂ ਕਿ ਮੈਂ ਪੜ੍ਹ ਰਿਹਾ ਹਾਂ, ਅਤੇ ਕੰਕਲੂਜਨ ਵਿੱਚ ਲਿਖਿਆ ਮੈਂ ਨਹੀਂ ਪੜ੍ਹ ਰਿਹਾ, ਤਾਂ ਉਹਦਾ ਆਨਸਰ ਨਹੀਂ ਆਊਗਾ। ਉਵੇਂ ਜਿਵੇਂ ਹੀ, ਠੀਕ ਹੈ। ਜੇਕਰ ਸਟੇਟਮੈਂਟ ਨੈਗੇਟਿਵ ਹੈ ਅਤੇ ਕੰਕਲੂਜਨ ਪੋਜ਼ਿਟਿਵ ਹੈ, ਤਾਂ ਵੀ ਉੱਤਰ ਨਹੀਂ ਆਊਗਾ। ਇਹ ਗੱਲ ਯਾਦ ਰੱਖਣੀ ਹੈ। ਇਹ ਨੋਟਸ ਸਾਰੇ ਬਣਾ ਕੇ ਯਾਦ ਕਰ ਲਿਓ। ਹੁਣ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਨ ਹੱਲ ਕਰਨ ਲੱਗੇ ਹਾਂ, ਨਾਲ ਦੇ ਨਾਲ ਪਿਛਲੇ ਸਵਾਲ ਵੀ ਚੱਕਾਂਗੇ, ਠੀਕ ਹੈ। ਧਿਆਨ ਨਾਲ ਦੇਖੋ, ਆਲ ARB, ਜਿਹੜੇ ਆਲ ਦੇ ਨਾਲ ਜਦੋਂ ਦੱਸਿਆ ਕਿ ਆਲ ਨੇ ਜਿਹੜਾ ਵੀ ਅੱਖਰ ਲਾ ਕੇ ਉਹਦਾ ਰੱਖ ਲੈਣਾ ਆਪਾਂ ਵਿੱਚ, ਠੀਕ ਹੈ। ਆ ਬਣਾਤੇ ਆਪਾਂ ਦੋ। ਕਹਿੰਦੇ ਆਲ ARB, ਆ ਤਾਂ ਹੋ ਗਿਆ A, ਸਾਰੇ ਜਿਹੜੇ A ਆ ਉਹ ਕੀ ਹੈ, ਕਹਿੰਦੇ B ਹੈ, ਆ ਹੋ ਗਿਆ B, ਠੀਕ ਹੈ। ਇਸ ਤੋਂ ਬਾਅਦ ਇਹਦਾ ਦਿੱਤੀ ਆਪਾਂ ਨੂੰ ਸਟੇਟਮੈਂਟ। ਆਪਾਂ ਜੱਜ ਬਣੇ ਬੈਠੇ, ਆਪਾਂ ਨੂੰ ਕਿਸੇ ਨੇ ਆ ਕੇ ਕਹਿੰਦਾ ਕਿ ਸਰ ਜੱਜ ਸਾਹਿਬ ਆਲ ARB, ਕਿ ਜਿਹੜੇ ਸਾਰੇ A ਹੈ, ਜਿਹੜੇ ਸਾਰੇ ਹੁੰਦੇ ਉਹ ਵਿੱਚ ਆਉਣਗੇ, ਸਾਰੇ A ਹੈ ਜਿਹੜੇ ਉਹ B ਹੈ। ਜੱਜ ਕਹਿੰਦਾ ਠੀਕ ਹੈ ਭਾਈ, ਮੰਨ ਲੈਂਦੇ। ਕਹਿੰਦਾ ਹੁਣ ਤੁਸੀਂ ਫੈਸਲਾ ਸੁਣਨਾ। ਜੱਜ ਕਹਿੰਦਾ ਪ੍ਰੂਫ ਲੈ ਕੇ ਆਓ ਭਾਈ ਮੇਰੇ ਕੋਲ। ਕਹਿੰਦਾ ਯਾਹ ਪਿਆ ਪ੍ਰੂਫ, ਦੱਸੋ ਇਹਨਾਂ ਦੋਨਾਂ 'ਚੋਂ ਕਿਹੜੇ ਕਿਹੜੇ ਬੰਦੇ ਸਹੀ ਹੈ। ਕਹਿੰਦਾ ਆਲ ARB, ਕਹਿੰਦਾ ਸਾਰੇ A ਹੈ ਜਿਹੜੇ B ਹੈ। ਕਹਿੰਦਾ ਹਾਂ ਸਹੀ ਹੈ, ਜੱਜ ਨੇ ਸਹੀ ਕਰਤੇ। ਇਸ ਤੋਂ ਬਾਅਦ ਜੱਜ ਕਾਨੂੰਨ ਕਹਿੰਦੇ ਦੂਸਰਾ ਸਬੂਤ ਲੈ ਕੇ ਆਓ। ਜੱਜ ਕਹਿੰਦਾ ਸਾਰੇ ਦੂਸਰੇ ਜੇ ਪੁੱਛ ਰਹੇ ਕਿ ਸਮ ARB, ਕਹਿੰਦੇ A ਦਾ ਥੋੜ੍ਹਾ ਜਿਹਾ ਹਿੱਸਾ B ਹੈਗਾ ਗਾ, A ਦਾ ਥੋੜ੍ਹਾ ਜਿਹਾ ਹਿੱਸਾ B ਹੈਗਾ ਗਾ। ਦੇਖੋ ਤੁਹਾਨੂੰ ਦੱਸਿਆ ਕਿ ਆਪਾਂ ਆਲ ਤੋਂ ਸਮ ਵੱਲ ਜਾ ਸਕਦੇ ਹਾਂ, ਆਲ ਤੋਂ ਸਮ ਵੱਲ ਜਾ ਸਕਦੇ ਹਾਂ ਆਪਾਂ, ਠੀਕ ਹੈ। ਤਾਂ ਇਹਦਾ ਮਤਲਬ ਸਿੱਧੀ ਸਹੀ ਹੋ ਗਿਆ, ਤਾਂ ਦੋਨੇ ਆਨਸਰ ਸਹੀ ਹੈ। ਦੇਖੋ ਸਮ ARB, ਕਹਿੰਦੇ A ਦਾ ਥੋੜ੍ਹਾ ਜਿਹਾ ਹਿੱਸਾ B ਹੋ ਸਕਦਾ। ਤੁਸੀਂ ਇੱਕ ਗੱਲ ਨੋਟ ਕਰੋ ਕਿ B ਦਾ ਜਦੋਂ ਸਾਰਾ ਹਿੱਸਾ ਹੀ A 'ਚ ਪਿਆ ਹੈਗਾ, B ਦੇ ਵਿੱਚ ਹੀ ਪਿਆ ਜਦੋਂ A ਦਾ ਸਾਰਾ ਹਿੱਸਾ, ਤਾਂ ਸਮ ਤਾਂ ਮਾੜਾ ਮੋਟਾ ਤਾਂ ਉਹ ਤਾਂ ਹੋਊ ਹੀ ਹੋਊਗਾ ਮਾੜਾ ਮੋਟਾ ਤਾਂ ਇਹ ਦੋਨੇ ਸਟੇਟਮੈਂਟਾਂ ਹੀ ਸਹੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਦੇਖੋ ਇਹ 'ਚ ਕੀ ਕਹਿ ਰਹੇ ਨੇ ਆਪਾਂ ਨੂੰ, ਕਹਿੰਦੇ ਸਮ ਟੋਫੀ ਔਰ ਸਵੀਟ। ਕੀ ਕਹਿ ਰਹੇ ਨੇ, ਕਹਿੰਦੇ ਸਮ
थोड़ियां जिहड़ियां टॉफियां कहंदे वो की है स्वीट है। थोड़ियां जिहियां सम टॉफियां इन्ना इन्ना हिस्सा वो की है स्वीट है। सम केक आर स्वीट, जिहड़ा सम केक है वो की है सम स्वीट आर केक है। बन गई ना गल। देखो सम टॉफियां जिहड़ियां थोड़ियां जिहियां टॉफियां वो स्वीट है, ते कहते सम केक है वो भी स्वीट है। ठीक है, इस तो बाद ये आपको देते प्रूफ जज मुरे आके आपको आ कि तुसीं सारे ये फैसला सुनाना है। जज कहना सबूत की है, कहना सारे पहले तो ये पुछ रहे कि बंदा सही है, किहड़ा सही है। कहते सम स्वीट आर केक, कहते जिहड़े थोड़े जिहे स्वीट है वो केक हैगियां, थोड़ियां जिहियां स्वीट है जिहड़ियां वो केक हैगियां। देखो की कह रहे हैं कि सब स्वीट आर केक हैगे, ये थोड़ियां जिहियां स्वीट है वो केक हैगियां। देखो पंगे गियां, ये भी सही है। कहते सम स्वीट आर टॉफी, थोड़ियां स्वीट टॉफियां हैगियां हैगियां आ पे तो ये दोनों सही है पुत्रो। बस आही चीज़ है, जमा सौखे सवाल है। बस वो जो फार्मूले जो पूरे दस्से वो चंगी तरह याद कर लो, एंड ते फिर करवा दूंगा एक बारी। इस तो बाद देखो की कह रहे हैं, कहते आल हारमोनीयम आर इंस्ट्रूमेंट, जिन्ने भी अपने को हारमोनीयम हैगे वो सारे की है इंस्ट्रूमेंट है। ठीक है जी, मान ली गल। कहते जिन्ने भी इंस्ट्रूमेंट है जिन्हें आ लग जो बिच रह जाता होंगे वो सारे की है फ्लूट है। ठीक है, सारे की फ्लूट। आ चीज़ों का सुन के मतलब नहीं फ्लूट की होंगे, इंस्ट्रूमेंट की होंगे, हारमोनीयम की होंगे, तो छड्डो बात, तो सिर्फ ये चीज़ बन गई थोड़े को। जिन्हें आ लग्या हो बिच रखना होंगे, दूसरा बाहर रखना होंगे। आल नाल हारमोनीयम बिच रख ले, जो सारे हारमोनीयम है वो इंस्ट्रूमेंट है, जो सारे इंस्ट्रूमेंट हो गया फ्लूट। इस तो बाद की पुछदा हो कनफ्यूजन के विच आपां तो, कहते आल फ्लूट आर इंस्ट्रूमेंट, जोड़े सारे फ्लूट आ कहते वो इंस्ट्रूमेंट हैगे आ। दसो पुत्रो हैगे कि नहीं हैगे। कहते जो सारे फ्लूट है वो इंस्ट्रूमेंट हैगे आ। ये हैगा गलत। क्यों गलत है? क्योंकि आ सारे तो बड़ा हैगा, सारे ये बिच आ गए, सारे ये बिच आ गए। हारमोनीयम भी ये आ गया, इंस्ट्रूमेंट भी ये आ गया। ये उल्ट पुछ रहे हैं कि इंस्ट्रूमेंट के बिच आ जाएंगे सारे फ्लूट, ये पुछ रहे हैं कि जो आल फ्लूट है कि सारे फ्लूट है इंस्ट्रूमेंट के बिच नहीं, ये सारिया चीज़ें ही सगों फ्लूट के बिच हैगियां। तो ये भाई ये आंसर अपना गलत, पहला ये कन्फ्यूजन गलत है। दूसरे जो पुछते हैं कहते आल हारमोनीयम आर फ्लूट, कहते जो सारे हारमोनीयम वो फ्लूट हैगे वो तो हैगे क्योंकि सारे फ्लूट के बिच आ गए। तो ये भी आ गया अपना बिल्कुल सही आंसर है। ओके, बस इन्नी चीज़ है पुत्रों। इस तो बाद अगला आ गया, कहते आल एलीफेंट, जोड़े सारे एलीफेंट हैगे, ठीक है, वो की है वो कैमल है, उठ है। तो आल कैमल है, जोड़े सारे कैमल है वो की है रैट है, चूहे है। ठीक है, कन्फ्यूजन सब तो पहली कन्फ्यूजन देखते हैं आप। आल कैमल आर एलीफेंट, जो सारे कैमल है वो एलीफेंट है। देखो जिहदे मगर चीज़ आल लग जाती है वो अंदर आ जाती होंगी है। ठीक है, ये फिर यदा उल्ट हो जूगा, फिर यदा उल्ट हो जू, क्योंकि सारे जोड़े एलीफेंट है वो कैमल के बिच है। ये उल्ट पुछे जाते सारे जो कैमल है वो उठ एलीफेंट के बिच है। तो ये कन्फ्यूजन अपनी बिल्कुल गलत है। ठीक है, इनू कहांगे बई पहली सही नहीं हैगी। हुण आपां चलदे दूसरी वल। दूसरी जी की पुछदा हो, इत्थे एलीफेंट सी, इत्थे कैमल सी, इत्थे रैट सी। ठीक है, यही सी ना, आल एलीफेंट आर कैमल। पहली तो गलत हो गई। कहते आल राइट, जेडे भी चूहे है सारे वो कैमल है, ये भी गलत है। क्योंकि ये किमें हो जाएगा, सारे चूहे जेडे उठ है वो किमें हो सकते हैं, समझ गए तुसीं, वो किमें हो सकता है। क्योंकि पुत्तर जो रैट है वो तो आपदे एक सब तो बड़ी चीज़ है, वो कंपनी है एक। ठीक है, ये अंडर ही आउणगे सारे ये। ठीक है, पर यह किसी के अंडर नहीं आऊगा। हाँ, जो सम वाला केस पूछने सम वाला केस सही हो जाता, पर इतने आल वाला केस सही नहीं होगा। इस तो बाद लास्ट सवाल अपना है, ध्यान नाल देखियो। कहते आल ब्रिक आर स्टोन, जेडी भी सारे ब्रिक है जिन्हें आ लग जो बिच रखना है वो सारे की है स्टोन है। सम स्टोन आर रॉक, सम स्टोन आर रॉक, इत्थे कर लेंगे आप। ये 3 ऑप्शन आ गया है ना।
ਆਲ ਬ੍ਰਿਕ ਆਲ ਬ੍ਰਿਕ ਆਰ ਸਟੋਨ। ਇਸ ਤੋਂ ਬਾਅਦ ਸਮ ਸਟੋਨ ਆਰ ਰੌਕਸ। ਸਮ ਸਟੋਨ ਹੈ ਜਿਹੜੇ ਉਹ ਰੌਕਸ ਹੈ। ਇਸ ਤੋਂ ਬਾਅਦ ਕੀ ਕਹਿੰਦਾ, ਆਲ ਰੌਕਸ ਆਰ ਮਾਊਂਟੇਨ। ਲੋ ਪੁੱਤਰੋ ਇੱਥੇ ਉਲਝ ਕੇ ਕੰਮ ਕੀ ਭਾਈ, ਆਹ ਕੀ ਕਾ ਚਕਚੋਲਾ ਪੈ ਗਿਆ, ਕੁਛ ਨਹੀਂ ਪਿਆ, ਪਰ ਚੀਜ਼ਾਂ ਦੇਖ ਦੇਖ ਕੇ ਕਲੀਅਰ ਕਰਨੀ ਆਪਾਂ। ਸਮ ਮਾਊਂਟੇਨ ਆਰ ਸਟੋਨ, ਕਹਿੰਦੇ ਜਿਹੜੀਆਂ ਥੋੜ੍ਹੀਆਂ ਜਿਹੀਆਂ ਮਾਊਂਟੇਨ ਹੈਗੀਆਂ, ਠੀਕ ਹੈ, ਉਹ ਸਟੋਨ ਹੈਗੀਆਂ ਪੁੱਤਰੋ। ਆਹ ਦੇਖੋ ਸਟੋਨ ਦੇ ਵਿੱਚ ਥੋੜ੍ਹਾ ਜਿਹਾ ਦਖਲਅੰਦਾਜ਼ੀ ਨਹੀਂ ਕਰ ਰਹੀ ਇਹ, ਆਹ ਦੇਖੋ। ਤਾਂ ਇਹ ਆਪਸ਼ਨ ਬਿਲਕੁਲ ਸਹੀ ਹੈ ਕਨਕਲੂਜਨ। ਦੂਸਰੀ ਪੁੱਛ ਰਿਹਾ, ਕਹਿੰਦੇ ਸਮ ਮਾਊਂਟੇਨ ਆਰ ਬ੍ਰਿਕ। ਸਮ ਮਾਊਂਟੇਨ ਆਰ ਬ੍ਰਿਕ, ਇਹ ਹੈਗੇ ਕਿ ਨਹੀਂ ਹੈਗਾ। ਦੂਸਰੇ 'ਚ ਆਪਾਂ ਤੋਂ ਇਹ ਤਾਂ ਦੱਸੋ ਵੀ ਦੂਸਰਾ ਸਹੀ ਹੈ ਕਿ ਗਲਤ। ਦੂਸਰੇ 'ਚ ਤਾਂ ਇਹ ਪੁੱਛਿਆ ਆਪਾਂ ਤੋਂ, ਕਹਿੰਦੇ ਸਮ ਮਾਊਂਟੇਨ ਆਰ ਬ੍ਰਿਕ, ਕਹਿੰਦੇ ਥੋੜ੍ਹੀਆਂ ਜਿਹੜੀਆਂ ਮਾਊਂਟੇਨ ਜਾਂਦੀ ਆ, ਆਹ ਦੇਖੋ ਇਹ ਬ੍ਰਿਕ ਹੈਗੀ ਹੈ, ਕਿਉਂਕਿ ਬ੍ਰਿਕ ਨਾਲ ਕਿਤੇ ਕੋਈ ਸੰਬੰਧ ਦਿਖਾਏ ਨਹੀਂ ਇਹਨਾਂ ਨੇ, ਤਾਂ ਇਹ ਹੋ ਜਾਊਗਾ ਗਲਤ। ਇਸ ਤੋਂ ਬਾਅਦ ਅਗਲਾ ਪੁੱਛ ਰਿਹਾ ਸਮ ਸਟੋਨ ਆਰ ਬ੍ਰਿਕ। ਜਿਹੜੇ ਸਮ ਸਟੋਨ ਹੈ, ਥੋੜ੍ਹੇ ਜਿਹੇ ਸਟੋਨ ਹੈ, ਉਹ ਬ੍ਰਿਕ ਹੈਗੇ ਆ, ਉਹ ਤਾਂ ਹੋਣਗੇ ਕਿਉਂਕਿ ਜਦੋਂ ਸਾਰੀ ਬ੍ਰਿਕ ਸਟੋਨ ਹੈਗੇ, ਸਾਰੀ ਬ੍ਰਿਕ ਸਟੋਨ ਹੈ ਤਾਂ ਥੋੜ੍ਹੇ ਤਾਂ ਹੋਣਗੇ, ਤਾਂ ਇਹ ਵੀ ਸਹੀ ਹੈ। ਠੀਕ ਹੈ, ਬਸ ਇਹ ਗੱਲਬਾਤ ਸੀ ਪੁੱਤਰ, ਇਹ ਵਿੱਚ ਹੋਰ ਕੋਈ ਵੱਡੀ ਗੱਲਬਾਤ ਹੈ ਨਹੀਂ। ਕੱਲ੍ਹ ਨੂੰ ਮੈਂ ਤੁਹਾਨੂੰ ਹੋਰ MCQ ਕਰਵਾਊਂਗਾ ਇਹਦੇ, ਠੀਕ ਹੈ। ਅਤੇ ਇੱਕ ਵਾਰੀ ਇਹਦੇ ਰੀਡ ਜ਼ਰੂਰ ਮਾਰ ਲਿਓ, ਕੁਛ ਨਹੀਂ ਹੁੰਦਾ, ਬਸ ਦੇਖ ਕੇ ਬਸ ਖਾਲੀ ਡਾਇਗਰਾਮ ਬਣਾਉਣੀ ਸਿੱਖ ਲਓ, ਬਸ ਹੋਰ ਕੁਛ ਨਹੀਂ ਹੈਗਾ। ਜਿਵੇਂ ਆਲ ARB, ਜਿਹਨਾਂ A ਲੱਗੀ ਹੁੰਦੀ ਉਹਨੂੰ ਵਿੱਚ ਰੱਖ ਲਿਆ, ਦੂਜੇ ਨੂੰ B ਰੱਖ ਲਿਆ, ਬਸ ਮੁੜ ਕੇ ਹੀ ਦੱਸਣਾਗਾ। ਸਮ ਵਾਲਾ ਕੇਸ ਆਹ ਹੋ ਗਿਆ। ਜੇ ਕਿਸੇ A ਦਾ ਸੰਬੰਧ B ਨਾਲ ਨਹੀਂ ਹੈਗਾ ਤਾਂ ਇੱਥੇ ਕਾਟੀ ਲਾ ਦਿਓ ਕਰਕੇ। ਇਹ ਜਿਹੜੇ ਕੱਲ੍ਹ ਨੂੰ ਆਪਾਂ ਕੱਲ੍ਹ ਨੂੰ ਮੈਂ ਤੁਹਾਨੂੰ 15 ਜਾਂ 20 ਪ੍ਰਸ਼ਨ ਕਰਵਾਊਂਗਾ ਇਹਦੇ, ਅਤੇ ਉਹਦੇ ਤੁਹਾਡੀ ਪੂਰੀ ਵਧੀਆ ਰਿਵੀਜ਼ਨ ਹੋ ਜੂਗੀ। ਬਸ ਜਿਹੜੇ ਬੱਚੇ ਨੇ ਅੱਜ ਆਹ ਚੀਜ਼ ਕਰ ਲਈ, 2-3 ਵਾਰੀ ਵੀਡੀਓ ਕਰ ਲਈ, ਬਸ ਉਹਦਾ ਪੇਪਰ ਕਲੀਅਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਆਹ ਪ੍ਰਸ਼ਨ ਨਹੀਂ, ਪੇਪਰ ਦੀ ਗੱਲ ਨਹੀਂ, ਆਹ ਪ੍ਰਸ਼ਨ ਇਕਾਈ ਦੇ ਵਿੱਚ ਪ੍ਰਸ਼ਨ ਕੋਈ ਨਹੀਂ ਉਡੂਗਾ ਉਹਦੇ ਵੀ, ਠੀਕ ਹੈ। ਸਾਰੇ ਕਲੀਅਰ ਹੋ ਜਾਣਗੇ, ਤਾਂ ਕਰਕੇ ਅੱਜ ਛੋਟੀ ਜਿਹੀ ਵੀਡੀਓ ਬਣਾਈ ਹੈ, ਸਾਰੀਆਂ ਚੀਜ਼ਾਂ ਕਵਰ ਕਰਤੀਆਂ। ਦੁਬਾਰਾ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਦਾ। ਦੇਖੋ ਜਿਹੜੀ ਵੀ ਕੋਈ ਸਟੇਟਮੈਂਟ ਹੈ ਉਹ 100% ਸੱਚ ਮੰਨਣਾ, ਥੱਲੇ ਆਪਾਂ ਰਿਜ਼ਲਟ ਦੇਖਣਾ। ਆਹ ਚੀਜ਼ਾਂ ਤੁਹਾਨੂੰ ਕਰਵਾ ਦਿੰਦਾ। ਸਟੇਟਮੈਂਟ ਦੇ ਕਨਕਲੂਜਨ ਦਾ ਸਾਨੂੰ ਸਾਰੇ ਸਵਾਲ ਦਿੱਤੇ ਵੀ ਹੋਣਗੇ। 2 ਭਾਗਾਂ ਦੇ ਵਿੱਚ ਵੰਡਿਆ ਗਿਆ। ਜਿਹੜੀ ਪੋਜ਼ੀਟਿਵ ਹੁੰਦੀ ਹੈ, ਇੱਕ ਹਿੱਸਾ ਪੋਜ਼ੀਟਿਵ ਹੁੰਦਾ, ਇੱਕ ਹਿੱਸਾ ਹੁੰਦਾ ਸਮ ਵਾਲਾ, ਠੀਕ ਹੈ। ਜਿਹੜੇ ਨੈਗੇਟਿਵ ਦੇ ਵਿੱਚ ਹੁੰਦੇ ਉਹ 'ਚ ਨੋ ਅਤੇ ਸਮ ਨੋਟ ਹੁੰਦਾ। ਪੋਜ਼ੀਟਿਵ ਵਾਲੇ 'ਚ ਆਲ ਅਤੇ ਸਮ ਹੁੰਦਾ, ਨੈਗੇਟਿਵ ਵਾਲੇ 'ਚ ਨੋ ਅਤੇ ਸਮ ਨੋਟ ਹੁੰਦਾ। ਸਾਰੇ A B ਹੈ, ਠੀਕ ਹੈ, ਕੁਝ A B ਹੈ, ਠੀਕ ਹੈ। A ਦਾ ਕੁਝ ਹਿੱਸਾ B ਨਹੀਂ ਹੈਗਾ, ਕੋਈ ਵੀ A B ਨਹੀਂ ਹੈਗਾ। ਜਦੋਂ ਅਸੀਂ ਆਲ ਤੋਂ ਸਮ ਦੀ ਤਰਫ ਜਾ ਸਕਦੇ, ਆਪਾਂ ਸਮ ਤੋਂ ਆਲ ਦੀ ਤਰਫ ਨਹੀਂ ਜਾ ਸਕਦੇ। ਨੋ ਤੋਂ ਸਮ ਨੋਟ ਵੱਲ ਜਾ ਸਕਦੇ, ਸਮ ਨੋਟ ਤੋਂ ਨੋ ਵੱਲ ਨਹੀਂ ਜਾ ਸਕਦੇ। ਜੇਕਰ ਕੋਈ ਸਟੇਟ ਪੋਜ਼ੀਟਿਵ ਹੈ ਤਾਂ ਕਨਕਲੂਜਨ ਹੀ ਪੋਜ਼ੀਟਿਵ ਹੈ, ਉਹਦਾ ਆਨਸਰ ਵੀ ਪੋਜ਼ੀਟਿਵ ਆਊਗਾ। ਜੇਕਰ ਕੋਈ ਸਟੇਟਮੈਂਟ ਨੈਗੇਟਿਵ ਹੈ ਤਾਂ ਕਨਕਲੂਜਨ ਵੀ ਨੈਗੇਟਿਵ ਹੈ, ਤਾਂ ਉਹਦਾ ਆਨਸਰ ਨੈਗੇਟਿਵ ਹੋਵੇਗਾ। ਜੇਕਰ ਸਟੇਟਮੈਂਟ ਪੋਜ਼ੀਟਿਵ ਹੈ ਅਤੇ ਕਨਕਲੂਜਨ ਨੈਗੇਟਿਵ ਹੈ ਤਾਂ ਉਹਦਾ ਉੱਤਰ ਨਹੀਂ ਆਵੇਗਾ। ਜੇਕਰ ਸਟੇਟਮੈਂਟ ਨੈਗੇਟਿਵ ਹੈ ਅਤੇ ਕਨਕਲੂਜਨ ਪੋਜ਼ੀਟਿਵ ਤਾਂ ਵੀ ਉਸਦਾ ਉੱਤਰ ਨਹੀਂ ਆਵੇਗਾ। ਆਹ ਥੱਲੇ ਜਿਹੜੇ ਹੱਲ ਕਰੇ ਇੱਕ ਵਾਰੀ ਆਪ ਕਰਕੇ ਦੇਖਣੇ ਆ, ਥੋੜੇ ਸਾਰਾ ਹੱਲ ਹੋ ਜੂ ਦਿਮਾਗ ਦੇ ਵਿੱਚ। ਆਹ ਦੇਖੋ, ਜਿਵੇਂ ਦੂਜਾ ਸਵਾਲ ਸੀ, ਕਿੱਡੀ ਕੁ ਵੱਡੀ ਗੱਲ ਸੀ ਪੁੱਤਰ। ਦੇਖੋ, ਸਮ ਟੌਫੀ ਆਰ ਸਵੀਟ, ਸਮ ਸਵੀਟ ਆਰ ਕੇਕ। ਪੁੱਛਿਆ ਕੀ ਹੈ, ਕਹਿੰਦੇ ਥੋੜ੍ਹੀਆਂ ਜਿਹੀਆਂ ਜਿਹੜੀਆਂ ਸਵੀਟ ਆ ਉਹ ਕੇਕ ਹੈਗੀਆਂ, ਆਹ ਪਿਆ, ਇਹ ਵੀ ਸਹੀ ਹੈ। ਸਮ ਸਵੀਟ ਆਰ ਟੌਫੀ ਹੈਗੇ ਆ, ਆਹ ਪਿਆ ਸਮ, ਤਾਂ ਇਹ ਵੀ ਸਹੀ ਹੈ। ਬਸ ਆਹ ਚੀਜ਼ ਹੈ ਇਹਦੇ ਵਿੱਚ, ਉਹੀ ਤੁਸੀਂ ਉਲਝੀ ਜਾਂਦੇ ਸੀ, ਠੀਕ ਹੈ। ਆਲ ਤੋਂ ਆਪਾਂ ਸਮ ਵੱਲ ਜਾ ਸਕਦੇ, ਇਹ ਚੀਜ਼ ਸਮਝਣ ਵਾਲੀ, ਆਪਾਂ ਸਮ ਤੋਂ ਆਲ ਵੱਲ ਨਹੀਂ ਜਾ ਸਕਦੇ, ਠੀਕ ਹੈ। ਇਹਦੇ ਨਾਲ ਦੇ ਸਵਾਲ ਆਪਾਂ ਕੱਲ੍ਹ ਨੂੰ ਕਰਾਂਗੇ। ਇੱਕ ਵਾਰੀ ਤੁਹਾਨੂੰ ਮੇਰੀ ਗੱਡੀ 'ਤੇ ਚੜ੍ਹਾਤਾ, ਠੀਕ ਹੈ। ਅਤੇ ਮੈਥ ਦਾ ਲੈਕਚਰ ਤੁਹਾਡਾ ਅੱਜ ਲੱਗੂਗਾ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਬਾਈ।